ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰੂ ਜੀ ਦੀ ਅਪਰੰਪਾਰ ਬਖਸ਼ਿਸ਼ ਰਹਿਮਤ ਵਰਤਦੀ ਪਈ ਹੈ, ਜੋ ਆਪ ਸਾਰੇ ਗੁਰੂ ਦੇ ਪਿਆਰ ਵਾਲੇ ਗੁਰੂ ਜੀ ਕੀ ਚਰਨਾਂ ਦੇ ਵਿੱਚ, ਗੁਰੂ ਜੀ ਕੀ ਸੰਗਤ ਰੂਪ ਦੇ ਵਿੱਚ ਆਪਣਿਆਂ ਘਰਾਂ ਤੋਂ ਉੱਠ ਕੇ ਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਪਹੁੰਚ ਕੇ ਆਪਣਿਆਂ ਮਨਾਂ ਨੂੰ ਗੁਰਬਾਣੀ ਦੇ ਰੰਗ ਦੇ ਵਿੱਚ ਰੰਗਣ ਦਾ ਯਤਨ ਕਰ ਰਹੇ ਹੋ। ਕਿਉਂਕਿ ਸਤਿਗੁਰੂ ਕੋਲ ਜਦੋਂ ਆ ਕੇ ਆਪਾਂ ਬੈਠਦੇ ਹਾਂ, ਇੱਥੇ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੁੰਦੀ ਹੈ ਕਿ ਮਨੁੱਖ ਨੂੰ ਆਪਣੇ ਅੰਦਰ ਦੇ ਅਵਗੁਣਾਂ ਦੀ ਸਮਝ ਆਉਣ ਲੱਗ ਪੈਂਦੀ ਹੈ। ਆਪਣੇ ਆਪ ਨੂੰ ਮਨੁੱਖ ਸਵਾਰਨ ਵਾਲੇ ਰਸਤੇ ਤੇ ਤੁਰ ਪੈਂਦਾ ਹੈ। ਤੇ ਜੇ ਇਹ ਗੁਰੂ ਕੋਲ ਆ ਕੇ ਬੈਠ ਕੇ ਹਜੇ ਤੱਕ ਇਹ ਫੁਰਨਾ ਨਹੀਂ ਫੁਰ ਰਿਹਾ ਕਿ ਆਪ ਸਵਾਰੇ ਮੈਂ ਮਿਲੇ, ਫਿਰ ਇਹਦਾ ਮਤਲਬ ਹੈ ਕਿ ਅਸੀਂ ਗੁਰੂ ਕੋਲ ਹਜੇ ਬੈਠੇ ਨਹੀਂ। ਗੁਸਤਾਖੀ ਮਾਰ। ਕਿਉਂਕਿ ਜਦੋਂ ਸਤਿਗੁਰੂ ਕੋਲ ਆ ਕੇ ਬਹਿ ਜਾਈਏ, ਫਿਰ ਤੇ ਗੁਰੂ ਨੂੰ ਆਪਣਾ ਆਪਾ ਸਮਰਪਣ ਕਰ ਦੇਣਾ ਚਾਹੀਦਾ। ਇੱਥੇ ਮੱਥਾ ਟੇਕਣ ਦਾ ਮਤਲਬ ਵੀ ਇਹੀ ਹੈ ਕਿ ਮੈਂ ਸਤਿਗੁਰੂ ਜੀ ਆਪਣਾ ਸਿਰ ਤੇਰੇ ਚਰਨਾਂ ਵਿੱਚ ਰੱਖ ਦਿੱਤਾ, ਕਿਉਂਕਿ ਸਿਰ ਹੀ ਮੇਰਾ ਸੋਚਦਾ। ਜੋ ਕੁਝ ਸੋਚਦਾ ਹੈ, ਜੋ ਕੁਝ ਤਾਣਾ ਪੇਟਾ ਬੁਣਦਾ ਹੈ, ਉਹ ਮਨੁੱਖ ਦਾ ਸਿਰ ਬੁਣਦਾ ਹੈ। ਜੋ ਛਲ ਕਪਟਿਆ ਸਾਰਾ ਇਸ ਸਿਰ ਦੇ ਵਿੱਚ ਮੌਜੂਦ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਇੱਕ ਦੀਵਾਨ 'ਚ ਕਿ ਮਨੁੱਖ ਦੇ ਸਰੀਰ ਦੇ ਵਿੱਚ ਦੋ ਐਸੇ ਔਰਗਨ ਨੇ, ਇੱਕ ਉਹਦਾ ਹਾਰਟ ਆ ਦਿਲ, ਤੇ ਇੱਕ ਹੈ ਉਹਦਾ ਬ੍ਰੇਨ। ਜਿਹੜਾ ਬ੍ਰੇਨ ਆ ਇਹ ਸਿਰਫ ਮਨੁੱਖ ਦੇ ਇਮੋਸ਼ਨਸ ਦੇ ਨਾਲ ਨਹੀਂ ਜੁੜਿਆ, ਇਸੇ ਕਰਕੇ ਜਿੰਨਾ ਧੰਦਾ ਹੈ ਸਾਰਾ ਬ੍ਰੇਨ ਨਾਲ ਜੁੜਿਆ, ਤੇ ਜਿਹੜੀ ਇਮੋਸ਼ਨਸ ਨੇ ਉਹ ਦਿਲ ਨਾਲ ਜੁੜੇ ਆ। ਕਈ ਵਾਰੀ ਖਿਆਲ ਕਰਨਾ ਬੰਦਾ ਬਹੁਤ ਇਮਾਨਦਾਰ ਬਣ ਜਾਂਦਾ, ਉਹ ਇੱਕ ਭੁਲੇਖਾ ਖਾ ਜਾਂਦਾ ਹੈ ਕਿ ਦੁਨੀਆ ਸਾਰੀ ਹੀ ਇਮਾਨਦਾਰ ਹੈ। ਉਹ ਇਸ ਭੁਲੇਖੇ 'ਚ ਤੁਰਨ ਲੱਗ ਪੈਂਦਾ ਹੈ, ਖਿਮਾ ਕਰਨਾ, ਤੇ ਉਹ ਹਰ ਇੱਕ ਨਾਲ ਇਮਾਨਦਾਰੀ ਨਾਲ ਤੁਰਦਾ ਹੈ। ਪਰ ਉਹਦਾ ਜਦੋਂ ਵਾਹ ਪੈਂਦਾ ਹੈ ਨਾ, ਹੌਲੀ ਹੌਲੀ ਉਹਨਾਂ ਲੋਕਾਂ ਨਾਲ ਪੈਂਦਾ ਜਿਹੜੇ ਇਮਾਨਦਾਰ ਦਾ ਨਕਾਬ ਪਾ ਕੇ ਘੁੰਮਦੇ ਆ, ਪਰ ਅੰਦਰ ਉਹਨਾਂ ਦੇ ਹਿਰਦਿਆਂ ਦੇ ਵਿੱਚ ਇਮਾਨਦਾਰੀ ਨਹੀਂ ਗੀ। ਮਾਫ ਕਰਨਾ, ਕਿਉਂਕਿ ਉਹ ਦਿਮਾਗ ਤੋਂ ਸੋਚਦੇ ਆ ਕਿੱਥੇ ਕਿਹੜਾ ਚਿਹਰਾ ਵਰਤਣਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਇਹੀ ਚਿਹਰੇ ਲੋਕਾਂ ਦੇ ਉਤਾਰੇ।
ਸਤਿਗੁਰ ਨੇ ਉਹ ਚਿਹਰਿਆਂ ਨੂੰ ਹੌਲੀ ਹੌਲੀ ਹਟਾਇਆ ਜਿਹੜੇ ਚਿਹਰੇ ਜਾਂ ਤਾਂ ਸਮੇਂ ਦੇ ਰਾਜਿਆਂ ਦਾ ਚਿਹਰਾ ਪਾ ਕੇ ਘੁੰਮ ਰਹੇ ਸਨ, ਅੰਦਰੋਂ ਅਪਰਾਧੀ ਸਨ, ਜਾਂ ਉਹ ਧਾਰਮਿਕ ਲਿਬਾਸ ਪਾ ਕੇ ਘੁੰਮ ਰਹੇ ਸਨ, ਅੰਦਰੋਂ ਠੱਗ ਸਨ। ਸਤਿਗੁਰੂ ਜੀ ਨੇ ਉਹਨਾਂ ਦੇ ਨਾਲ ਜਦੋਂ ਵਿਚਾਰ ਗੋਸ਼ਟੀਆਂ ਕੀਤੀਆਂ ਤੇ ਉਹਨਾਂ ਨੂੰ ਸਮਝਾਇਆ, ਭਾਈ ਆ ਜਿਹੜਾ ਤੁਸੀਂ ਲਿਬਾਸ ਪਾਉਂਦੇ ਹੋ ਨਾ, ਇਹ ਤੇ ਲੋਕੀ ਭਰੋਸਾ ਕਰ ਲੈਂਦੇ ਨੇ। ਆ ਜਿਹੜਾ ਤੁਸੀਂ ਬਾਣਾ ਪਾਉਂਦੇ ਹੋ ਨਾ, ਇਹ ਤੇ ਲੋਕੀ ਵਿਸ਼ਵਾਸ ਕਰ ਲੈਂਦੇ ਨੇ, ਇਹ ਸੋਚਣ ਲੱਗ ਪੈਂਦੇ ਨੇ ਵੀ ਤੁਸੀਂ ਹੰਸ ਹੋ। ਪਰ ਜਦੋਂ ਤੁਹਾਡੇ ਅੰਦਰ ਦੀਆਂ ਬਗਲੀ ਬਿਰਤੀਆਂ ਜਦੋਂ ਸਾਹਮਣੇ ਪ੍ਰਗਟ ਹੁੰਦੀਆਂ ਨੇ ਤੇ ਉਹਨਾਂ ਦੇ ਹਿਰਦੇ ਟੁੱਟਦੇ ਆ। ਇਸੇ ਕਰਕੇ ਸਤਿਗੁਰੂ ਜੀ ਨੇ ਧਰਮਸ਼ਾਲਾ ਬਣਾਈ। ਪਹਿਲਾਂ ਪਾਠਸ਼ਾਲਾਵਾਂ ਹੁੰਦੀਆਂ ਸਨ। ਪਾਠਸ਼ਾਲਾਵਾਂ ਦਾ ਮਤਲਬ ਹੈ ਐਜੂਕੇਸ਼ਨ ਸੈਂਟਰ, ਜਿੱਥੇ ਵਿਦਿਆ ਸਿੱਖੀ ਜਾਵੇ, ਵਿਦਿਆ ਪੜ੍ਹਾਈ ਜਾਵੇ। ਇਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਮਸ਼ਾਲਾ ਨੀਯਤ ਕੀਤੀ। ਧਰਮਸ਼ਾਲਾ ਮਤਲਬ ਕਿ ਇੱਥੇ ਧਰਮ ਸਿਖਾਇਆ ਜਾਵੇ, ਕਿਉਂਕਿ ਧਰਮ ਸਿੱਖਣ ਦਾ ਵਿਸ਼ਾ ਹੈ, ਧਰਮ ਧਾਰਨ ਕਰਨ ਦਾ ਵਿਸ਼ਾ ਨਹੀਂ ਹੈ। ਇਹ ਗੱਲ ਚੇਤੇ ਰੱਖਿਓ, ਧਰਮ ਧਾਰਨ ਨਹੀਂ ਕੀਤਾ ਜਾਂਦਾ, ਧਰਮ ਸਿੱਖਿਆ ਜਾਂਦਾ। ਨਾਨਕ ਜੀ ਤੋਂ ਪਹਿਲਾਂ ਲੋਕੀ ਉਹ ਸਨ ਜਿਹੜੇ ਧਰਮ ਧਾਰਨ ਕਰਕੇ ਬੈਠੇ ਸਨ, ਜਿਨ੍ਹਾਂ ਨੇ ਜਨੇਊ ਵੀ ਪਾਇਆ ਸੀ, ਜਿਹੜੇ ਸਮੇਂ ਸਮੇਂ ਦੇ ਉੱਤੇ ਸਾਰੀਆਂ ਧਾਰਮਿਕ ਪ੍ਰਕਿਰਿਆਵਾਂ ਵੀ ਕਰਦੇ ਸਨ। ਪਰ ਜਦੋਂ ਨਾਨਕ ਜੀ ਨੇ ਉਹਨਾਂ ਦੇ ਨੇੜੇ ਜਾ ਕੇ ਵੇਖਿਆ ਤੇ ਉਹਨਾਂ ਦੇ ਅੰਦਰ ਧਰਮ ਦੀ ਸਿੱਖਿਆ ਨਜ਼ਰ ਨਾ ਆਈ। ਇਸੇ ਕਰਕੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ, ਮੈਂ ਧਰਮਸ਼ਾਲਾ ਬਣਾਉਣ ਲੱਗਾ। ਜਪਜੀ ਸਾਹਿਬ ਦੇ ਵਿੱਚ 5 ਖੰਡ ਤੁਸੀਂ ਅਖੀਰ ਦੇ ਉੱਤੇ ਜਾ ਕੇ ਪੜ੍ਹਦੇ ਹੋ, ਚੇਤਾ ਜੇ ਤੁਹਾਨੂੰ। ਸਭ ਤੋਂ ਪਹਿਲੇ ਨੰਬਰ ਤੇ ਹੈ ਧਰਮ ਖੰਡ, ਇਵੇਂ ਹੀ ਹੈ ਜੀ, ਜੇ ਮੈਂ ਗਲਤ ਨਾ ਹੋਵਾਂ ਤੇ। ਦੂਜੇ ਨੰਬਰ ਤੇ ਹੈ ਸ਼ਰਮ ਖੰਡ, ਦੂਜੇ ਨੰਬਰ ਤੇ ਗਿਆਨ ਖੰਡ, ਤੀਜੇ ਨੰਬਰ ਤੇ ਹੈ ਸ਼ਰਮ ਖੰਡ, ਚੌਥੇ ਨੰਬਰ ਤੇ ਹੈ ਕਰਮ ਖੰਡ, ਤੇ ਪੰਜਵੇਂ ਨੰਬਰ ਤੇ ਕੀ ਹੈ ਜੀ? ਸੱਚ ਖੰਡ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਧਰਮ ਖੰਡ ਤੋਂ ਲੈ ਕੇ ਸੱਚਖੰਡ ਦਾ ਸਫ਼ਰ ਤੈਅ ਕੀਤਾ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਤਿਗੁਰੂ ਨੇ ਉਸ ਸਫ਼ਰ ਨੂੰ ਧਰਤੀ ਦੇ ਉੱਪਰ ਲੋਕਾਂ ਦੇ ਸਾਹਮਣੇ ਰੱਖਿਆ, ਥਿਊਰੀਕਲੀ ਪਲੱਸ ਪ੍ਰੈਕਟੀਕਲੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਧਰਮ ਖੰਡ ਦੀ ਜਿਹੜੀ ਪਰਿਭਾਸ਼ਾ ਦਿੱਤੀ ਕਿ ਧਰਤੀ ਦੇ ਉੱਪਰ ਤੂੰ ਧਰਮਸ਼ਾਲਾ ਦੇ ਵਿੱਚ ਧਰਮ ਕਮਾਉਣ ਆਇਆ ਹੈ, ਉਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਸਵੈ ਜੀਵਿਆ, ਖੁਦ ਜੀਵਿਆ। ਪਹਿਲਾਂ ਸਤਿਗੁਰੂ ਜੀ ਨੇ ਆਪ ਸੱਚ ਦੇ ਰਸਤੇ ਦੇ ਉੱਪਰ ਤੁਰਨ ਦਾ ਪਹਿਰਾ ਦਿੱਤਾ ਤੇ ਬਾਅਦ ਵਿੱਚ ਸਾਨੂੰ ਤੋਰਿਆ। ਪਹਿਲਾਂ ਆਪ ਤੁਰੇ। ਇਹ ਨਹੀਂ ਕਿ ਨਾਨਕ ਜੀ ਘਰ ਵਿੱਚ ਬੈਠੇ ਰਹੇ ਤੇ ਘਰ ਵਿੱਚ ਬੈਠ ਕੇ ਉਹਨਾਂ ਨੇ ਉਪਦੇਸ਼ ਦਿੱਤੇ, ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰੂ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਨਿਆਈ, ਬਾਬਾ ਪਹਿੰਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਪਾਈ। ਕਹਿੰਦੇ ਨਾਨਕ ਜੀ ਨੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਸਾਹਮਣੇ ਪ੍ਰਮਾਤਮਾ ਦੀ ਗੱਲ ਰੱਖੀ। ਜਿਹੜਾ ਲੋਕਾਂ ਦਾ ਦਿਮਾਗ ਪਹਿਲਾਂ ਧੰਦਾ ਕੇਵਲ ਸੋਚਦਾ ਸੀ, ਜਿਹੜਾ ਪੁਜਾਰੀ ਲੋਕਾਂ ਨੂੰ ਧਾਰਮਿਕ ਧਰਮ ਦਾ ਧੰਦਾ ਬਣਾ ਕੇ ਲੋਕਾਂ ਦੀ ਲੁੱਟ ਖਸੁੱਟ ਕਰ ਰਿਹਾ ਸੀ, ਜਿਹੜਾ ਇਹ ਕਹਿੰਦਾ ਸੀ ਵੀ ਮੈਂ ਤੁਹਾਡੇ ਵਾਸਤੇ ਨਾਮ ਜਪਾਂਗਾ ਤੇ ਤੁਹਾਨੂੰ ਸਵਰਗ ਮਿਲੂਗਾ, ਗੁਰੂ ਨਾਨਕ ਪਾਤਸ਼ਾਹ ਨੇ ਪਰਿਭਾਸ਼ਾ ਦੇ ਦਿੱਤੀ ਲੋਕਾਂ ਦੇ ਸਾਹਮਣੇ ਵੀ ਨਹੀਂ, ਇਸ ਧਰਤੀ ਦੇ ਉੱਪਰ ਤੁਹਾਨੂੰ ਧਰਮ ਕਮਾਉਣਾ ਪੈਣਾ ਹੈ, ਤੁਹਾਨੂੰ ਆਪਣੇ ਅੰਦਰੋਂ ਸੱਚ ਲੱਭਣਾ ਪੈਣਾ ਹੈ, ਤੁਹਾਨੂੰ ਆਪਣੇ ਆਪ ਨੂੰ ਤਰਾਸ਼ਣਾ ਪੈਣਾ ਹੈ, ਤੁਹਾਨੂੰ ਆਪਣੇ ਆਪ ਨੂੰ ਸਵਾਰਨਾ ਪੈਣਾ ਹੈ। ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਤਰਾਸ਼ਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਲੱਭਿਆ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਨਾਮ ਦਿੱਤਾ ਖਾਲਸਾ। ਕੀ ਦਿੱਤਾ ਜੀ ਨਾਮ? ਖਾਲਸਾ। ਮਤਲਬ ਕੀ? ਖਾਲਸ, ਪਿਓਰ ਐਂਡ ਪਾਇਸ, ਬਿਲਕੁਲ ਸ਼ੁੱਧ, ਜਿਹਦੇ ਵਿੱਚ ਹੁਣ ਕੋਈ ਮਿਲਾਵਟ ਨਹੀਂ। ਸਮਝੇ ਗੱਲ ਨੂੰ ਜੀ? ਜਿਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ। ਇਹ ਹਜ਼ਾਰਾਂ ਦੇ ਵਿੱਚ ਖਲੋਤਾ ਹੋਵੇਗਾ, ਆਪਣੀ ਨਿਰਮਲਤਾਈ ਨਾਲ ਪਛਾਣਿਆ ਜਾਵੇਗਾ।
ਕਿਉਂਕਿ ਇਹ ਹਿਪੋਕ੍ਰੇਸੀ ਦੇ ਨਾਲ ਨਹੀਂ ਜੁੜਿਆ, ਕਰਮਕਾਂਡ ਪਖੰਡਾਂ ਨਾਲ ਨਹੀਂ ਸਿੱਖ ਜੁੜਿਆ। ਸਿੱਖ ਦੇ ਜੀਵਨ ਦੇ ਵਿੱਚ ਕੀ ਹੈ? ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ। ਸਿੱਖ ਜਾਗਦੀ ਜੋਤ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ, ਹੋਰ ਕਿਸੇ ਕਰਮਕਾਂਡ ਪਖੰਡ ਨੂੰ ਤਰਜੀਹ ਨਹੀਂ ਦਿੰਦਾ ਆਪਣੇ ਜੀਵਨ ਦੇ ਵਿੱਚ। ਕਿੰਨਾ ਸਿੰਪਲ ਜੀਵਨ ਹੈ। ਐਸੇ ਰੂਪ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ। ਪਰ ਕਮਾਲ ਦੀ ਗੱਲ ਆ, ਇਸ ਖਾਲਸ ਰੂਪ ਨੂੰ ਬਿਆਨ ਕਰਨ ਵਾਸਤੇ ਸਫ਼ਰ ਬੜਾ ਮਹਿੰਗਾ ਕਰਨਾ ਪਿਆ ਗੁਰੂ ਨੂੰ। ਪੈਂਡਾ ਬੜਾ ਕਠਿਨਾਈਆਂ ਦੇ ਵਿੱਚੋਂ ਤੈਅ ਕਰਨਾ ਪਿਆ। ਆਨੰਦਪੁਰ ਦੀ ਠੇਰੀ ਦੇ ਉੱਪਰ 1699 ਦੀ ਵਿਸਾਖੀ ਨੂੰ ਇੱਕ ਸਿਰ ਮੰਗਣ ਤੋਂ ਪਹਿਲਾਂ ਵੀਰ ਜੀ ਨੇ, ਮੇਰੇ ਬੜੇ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਹੁਣਾਂ ਨੇ ਅੰਮ੍ਰਿਤ ਦੀ ਪਰਿਭਾਸ਼ਾਵਾਂ ਦਿੱਤੀਆਂ, ਕਿਉਂਕਿ ਆਉਣ ਵਾਲੇ ਦਿਨ ਖਾਲਸਾ ਸਾਜਨਾ ਦਿਵਸ ਦੇ ਨੇ। ਸਾਡੇ ਸੈਕਟਰੀ ਸਾਹਿਬ ਵੀਰ ਜੀ ਗੁਰਪ੍ਰੀਤ ਸਿੰਘ ਲਾਡੀ ਹੁਣਾਂ ਨੇ ਮੈਨੂੰ ਕਿਹਾ ਸੀ ਵੀ ਇਸ ਦਿਨਾਂ ਤੋਂ ਤੁਸੀਂ ਅੰਮ੍ਰਿਤ ਦੇ ਵਿਸ਼ੇ ਦੇ ਉੱਪਰ ਸੰਗਤਾਂ ਨੂੰ ਲੈ ਕੇ ਤੁਰਿਓ, ਤੇ ਮੈਂ ਇਹੀ ਕੋਸ਼ਿਸ਼ ਕਰੂੰਗਾ ਇਹਨਾਂ ਦਿਨਾਂ ਦੇ ਵਿੱਚ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਖਾਲਸਾ ਸਵਰੂਪ ਦੀ ਜਿਹੜੀ ਪਰਿਭਾਸ਼ਾ ਦਿੱਤੀ ਉਹ ਸੌਖੀ ਨਹੀਂ ਸੀ, ਚੇਤਾ ਰੱਖਿਓ। ਜਿੰਨਾ ਅੱਜ ਅਸੀਂ ਖਾਲਸਾ ਸ਼ਬਦ ਜੋੜ ਲੈਂਦੇ ਨਾ ਆਪਣੇ ਨਾਮ ਦੇ ਨਾਲ, ਅਸੀਂ ਕਹਿੰਦੇ ਅਸੀਂ ਖਾਲਸੇ ਹਾਂ, ਪਰ ਇਸ ਖਾਲਸੇ ਨੂੰ ਪਰਿਭਾਸ਼ਿਤ ਕਰਨ ਵਾਸਤੇ, ਇਸ ਖਾਲਸੇ ਨੂੰ ਡੈਫੀਨੇਸ਼ਨ ਦੇਣ ਵਾਸਤੇ, ਇਸ ਖਾਲਸੇ ਨੂੰ ਡਿਫਾਈਨ ਕਰਨ ਵਾਸਤੇ ਬਹੁਤ ਕੁਝ ਦਿੱਤਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ। ਸਤਿਗੁਰੂ ਜੀ ਨੇ ਇੱਕ ਬ੍ਰਾਂਡ ਦਿੱਤਾ ਦੁਨੀਆ ਨੂੰ, ਇੱਕ ਐਸਾ ਬ੍ਰਾਂਡ ਲੋਕਾਂ ਦੇ ਸਾਹਮਣੇ ਰੱਖਿਆ ਜਿਸ ਬ੍ਰਾਂਡ ਦੀ ਧੀ ਤੇ ਜਿਸ ਬ੍ਰਾਂਡ ਦਾ ਪੁੱਤ ਇੱਕ ਸਿੰਘ ਤੇ ਕੌਰ ਨਾਲ ਨਿਵਾਜੇ ਗਏ। ਬੱਚੀ ਨੂੰ ਕੌਰ ਕਿਹਾ ਗਿਆ, ਲੜਕੇ ਨੂੰ ਸਿੰਘ ਕਿਹਾ ਗਿਆ। ਬੜੀ ਕਮਾਲ ਦੀ ਪਰਿਭਾਸ਼ਾ ਦਿੱਤੀ ਸੱਚੇ ਪਾਤਸ਼ਾਹ ਨੇ। ਇਹ ਸਾਰਾ ਸਫ਼ਰ ਪਤਾ ਕਿੱਥੋਂ ਚਾਲੂ ਹੋਇਆ? ਧਰਮ ਖੰਡ ਤੋਂ। ਸਭ ਕਹਿੰਦੇ ਧਰਮ ਖੰਡ ਦੇ ਉੱਤੇ ਜਦੋਂ ਜੀਵਨ ਜੀਵੇਂਗਾ ਨਾ, ਤੈਨੂੰ ਸਮਝ ਆਵੇਗੀ ਧਰਤੀ ਦੇ ਉੱਤੇ ਤੂੰ ਕੁਝ ਕਰਨ ਆਇਆ। ਜਦੋਂ ਬੱਚੇ ਦੀ ਪੈਦਾਇਸ਼ ਹੁੰਦੀ ਹੈ, ਕੱਲ ਵੀ ਇੱਥੇ ਵੀਰ ਜੀ ਆਏ ਸਨ, ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਲਓ। ਪੁੱਛਿਆ ਜੀ ਕਿਉਂ? ਕਹਿੰਦੇ ਜੀ ਸਾਡੇ ਘਰ ਬੱਚੇ ਦੀ ਦਾਤ ਬਖਸ਼ੀ ਹੈ ਵਾਹਿਗੁਰੂ ਨੇ, ਤੇ ਅਸੀਂ ਹੁਕਮਨਾਮਾ ਸਾਹਿਬ ਤੋਂ ਆਪਣੇ ਬੱਚੇ ਦਾ ਨਾਮ ਰੱਖਣਾ। ਸਾਰੇ ਹੀ ਆਪਾਂ ਇਹ ਕਰਦੇ ਹਾਂ ਨਾ ਜੀ, ਬੜੀ ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਭਲਾ ਇਹ ਕਦੀ ਕੁਐਸਚਨ ਕ੍ਰੀਏਟ ਕੀਤਾ, ਕਦੀ ਆਪਣੇ ਵਿੱਚ ਕਦੀ ਜਨਰੇਟ ਕੀਤਾ ਇਸ ਕੁਐਸਚਨ ਨੂੰ ਕਿ ਵਾਈ, ਕਿਉਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੱਖਰ ਤੋਂ ਅਸੀਂ ਆਪਣੇ ਬੱਚੇ ਦਾ ਨਾਮ ਰੱਖਣਾ? ਕਿਉਂ ਇਹ ਬਜ਼ੁਰਗਾਂ ਨੇ ਰੀਤ ਚਾਲੂ ਕੀਤੀ ਸੀ? ਭਲਾ ਕਦੀ ਇਹ ਕੀਤਾ ਹੋ, ਕਦੀ ਕੁਐਸਚਨ ਇਹ ਕ੍ਰੀਏਟ ਕੀਤਾ ਹੋਵੇ? ਮਾਫ ਕਰਨਾ, ਪਤਾ ਹੀ ਨਹੀਂ। ਪਤਾ ਕਿਉਂ ਨਹੀਂ ਪਤਾ? ਕਿਉਂਕਿ ਸਾਡੇ ਜੀਵਨ ਦੇ ਵਿੱਚ ਅੱਜ ਅਸੀਂ ਜਿਸ ਲੈਵਲ ਤੇ ਆ ਕੇ ਖਲੋ ਗਏ ਆ ਨਾ, ਜਿੱਥੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੁੱਕ ਕੇ ਸਾਨੂੰ ਸਰਦਾਰੀਆਂ ਤੇ ਲਿਆਂਦਾ ਸੀ ਨਾ, ਉਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਗੱਲ ਲੋਕਾਂ ਦੇ ਸਾਹਮਣੇ ਰੱਖੀ ਸੀ ਆਨੰਦਪੁਰ ਦੀ ਧਰਤੀ ਤੇ ਖਾਲਸੇ ਦੀ ਸਾਜਣਾ ਤੋਂ ਪਹਿਲਾਂ। ਧਿਆਨ ਦਿਓ, ਚੇਤੇ ਰੱਖਿਓ, ਖਾਲਸੇ ਦੇ ਸਾਜਣਾ ਤੋਂ ਪਹਿਲਾਂ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਇੱਕ ਗੱਲ ਲੋਕਾਂ ਦੇ ਸਾਹਮਣੇ ਰੱਖੀ ਸੀ। ਪਤਾ ਕੀ ਕਹਿੰਦੇ? ਇੱਕ ਦਿਨ ਕੁਝ ਕੁ ਸਿੰਘਾਂ ਨੇ ਆਪਣੇ ਮੋਢਿਆਂ ਦੇ ਉੱਤੇ ਇੱਕ ਖੱਲ ਪਾਈ ਹੋਈ ਹੈ ਤੇ ਹੱਥ ਦੇ ਵਿੱਚ ਇੱਕ ਖੋਤਾ ਫੜਿਆ ਤੇ ਉਹਨੂੰ ਹਿਣਕਦੇ ਹੋਏ ਉਹਨੂੰ ਲੈ ਕੇ ਦਰਬਾਰ ਦੇ ਵਿੱਚ ਪਹੁੰਚ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਵਿਚਾਰਿਓ ਇਸ ਗੱਲ ਨੂੰ ਜ਼ਰੂਰ। ਖੋਤਾ ਫੜਿਆ ਹੈ ਹੱਥ ਦੇ ਵਿੱਚ, ਇਮੈਜੀਨੇਸ਼ਨ ਕਰੋ ਅੱਖਾਂ ਦੇ ਸਾਹਮਣੇ, ਤੇ ਸਿੰਘ ਆ ਰਹੇ ਨੇ, ਹੱਸਦੇ ਆ ਰਹੇ, ਖੜਖੜਾਉਂਦੇ, ਤੇ ਮੋਢੇ ਉੱਤੇ ਸ਼ੇਰ ਦੀ ਖੱਲ ਪਾਈ ਹੈ। ਤੇ ਸਤਿਗੁਰੂ ਜੀ ਨੂੰ ਆ ਕੇ ਕਹਿੰਦੇ ਨੇ, ਅਸੀਂ ਲੱਭ ਲਿਆ ਸ਼ੇਰ। ਸਾਹਿਬ ਕਹਿੰਦੇ ਗੱਲ ਕੀ? ਕਹਿੰਦੇ ਕੱਲ ਤੱਕ ਆ ਜਿਹੜਾ ਇੱਥੇ ਸ਼ੇਰ ਘੁੰਮਦਾ ਹੁੰਦਾ ਸੀ ਨਾ ਸਾਡੇ ਆਲੇ ਦੁਆਲੇ, ਅੱਜ ਪਤਾ ਘਟਨਾ ਕੀ ਘਟੀ? ਅੱਜ ਧੋਬੀ ਆਪਣੇ ਖੋਤਿਆਂ ਨੂੰ ਲੈ ਕੇ ਤੁਰਿਆ ਜਾ ਰਿਹਾ ਸੀ ਤੇ ਇਹ ਖੋਤੇ ਹਿਣਕਣ ਲੱਗ ਪਏ। ਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਇਸ ਸ਼ੇਰ ਦੀ ਬੁੱਕਲ ਦੇ ਵਿੱਚੋਂ, ਇਸ ਸ਼ੇਰ ਦੀ ਖੱਲ ਦੇ ਵਿੱਚੋਂ ਹਿਣਕਣ ਦੀ ਆਵਾਜ਼ ਆਈ, ਤੇ ਜਦੋਂ ਅਸੀਂ ਖੱਲ ਉਤਾਰ ਕੇ ਵੇਖਿਆ ਤਾਂ ਅਸੀਂ ਹੈਰਾਨ ਹੋ ਗਏ ਤੇ ਖੋਤਾ ਨਿਕਲਿਆ। ਹੁਣ ਸਾਰੇ ਬੰਨੇ ਸਨਾਟਾ। ਸਤਿਗੁਰੂ ਜੀ ਨਹੀਂ ਮੁਸਕਰਾਏ।
सतगुरु जी नहीं हसे। सतगुरु गुरुदेव महाराज कहते बड़ी कमाल की गल जे, बड़ी वड्डी खोज की जे तुसीं अज लभ लियाए हो खोते के उपर पई हुई शेर की खल नूं लभ लिया जे ये शेर नहीं ये खोता है। तो प्यारिओ मैं विचारना चाहुंदा तुहाडे नाल भी ये हालात तुहाडी ना किते बन जाए। मैं कैसी गल समझदा, सिखां ने इस चीज़ नूं मेरे ख्याल च इन्नी बरीकी नाल नहीं समझिया, साडे दुश्मन ने बड़ी बरीकी नाल समझिया। जिहड़ा साडे नाल बराबर तुरिया आ रहा सी ना गुरु नानक पातशाह दे वेले तो, जिस गुरु नानक पातशाह जी ने कर्मकांड पखंड सारे जिहड़े ने बिल्कुल खत्म कर दिते सन। जदों भाई गुरदास जी कहते हैं ना, सिंह बुके मिरगावली भन्नी जाए धीर धरोआ, कहते गुरु नानक पातशाह जी वो शेर सन जदों वो अपने पैंडे ते तुरे, उन्होंने कर्म कांड पखंडां दा जो कुछ वरतारा सी ना वो चला के परे सुट दिता ते सिख नूं एक नवेका ते निराला जीवन दे के गुरु नानक पातशाह कहते खालसा मेरो रूप है खास गुरु गोबिंद सिंह जी। कहते असीं इन्हूं खास रहन नहीं देना इन्हां नूं, ना ना ना, ये सिर देण वाली कौम असीं मगते बना के खड़े करांगे। ये सिर देण वाली कौम ना जिहड़े सिर देण दा प्रण करदी है, जिन्होंने गुरु गोबिंद सिंह आनंदपुर की ठेरी ते खड़ के कहंदा है मैनूं एक सिर चाहिदा है, ते सिर देण वाले दियां कतारां लग जांदियां ने। उस तों बाद असीं इन्हां दे सिर जिहड़े आ ना खरीद लवांगे सिर। सच जाणिओ जिथे अज असीं खलोते आ ना, अज पहचानण दी लोड़ है। ये गल पहचानण की लोड़ है कि किते असीं भी अपने उत्ते शेर की खाली नहीं पाई, किते किते अंदरों भी शेर आ। जदों आनंदपुर सिरजिया ना धन गुरु तेग बहादुर साहब जी महाराज जी ने, आनंदपुर किने सिरजिया जी, किने बनाया सी आनंदपुर? भैणों मेरियो दसो, धन गुरु तेग बहादुर साहब जी महाराज जी। कदों बनाया? सब तो पहला धन गुरु हरगोबिंद साहब जी ने एक नगर वसाया, आनंदपुर के लागे एक नगर वसाया। आनंदपुर तो पहला चेता जी उसका नाम तुहानूं दसो प्यारिओ, चेता जी उसका नाम है कीरतपुर साहब। कीरतपुर साहब है ना जी, अमृतसर साहब की धरती तो सतगुरु जी तुरे, धन गुरु हरगोबिंद साहब जी अमृतसर साहब की धरती तो तुरे ते जाके नगर वसाया, हिमाचल दे विच जाके क्षमा करना नगर वसाया कीरतपुर साहब। नाम चुनिया कीरतपुर साहब। की है भी कीरतपुर की है? इत्थे गुरु की कीर्ति होवेगी। उस कीरतपुर साहब नूं भाग लगे, धन गुरु हरराय साहब के चरण छूए उन्हें। कीरतपुर साहब ने धन गुरु हरकृष्ण साहब जी के चरण छूए ते उसे कीरतपुर साहब की धरती उत्ते कुछ समा धन गुरु तेग बहादुर साहब भी रहे। बाल गोबिंद राय पटना साहब की धरती के उत्ते जमे पले वड्डे होए ते पिता जी ने सद घल्लिया, कहंदे पुत जी ते नाल माता गुजरी जी नूं कि हुण तुसीं आ जाओ कीरतपुर वल नूं। उदों तक धन गुरु तेग बहादुर साहब ने एक जगह 20,000 रुपये दे के पहाड़ी राजियां कोल खरीदी, जिहदा नाम पहला माखोवाल सी। इत्थे माखो नाम दा एक डाकू रहिंदा सी, जिहदे उत्ते लोकां दा बड़ा सहन सी। इस जगह दे उत्ते कोई बसेरा नहीं सी करना चाहुंदा। धन गुरु तेग बहादुर साहब जी ने एक एक आनी, जिवें अज माफ करना कई वेलड़ साध लोकां नूं इमोशनली ब्लैकमेल करके 10 नौवां दी किरत कमाई तुहाडी लैके वड्डियां जमीनां खरीद लैंदे ने। कहंदे ने असीं अपणियां वड्डियां जमीनां खरीद लैंदे ने, वड्डे कारोबार बना लैंदे ने। ते जिद्दण तुसीं उन्हां नूं पुछण जांदे हो ना भी इत्थे तुसीं गुरु मर्यादा नहीं चलाउंदे, उदण ਉਹ ਤੁਹਾਨੂੰ ਦੱਸਦੇ ਆ ਵੀ ਇਹ ਸਾਡਾ ਡੇਰਾ, ਇੱਥੇ ਤੁਹਾਡੀ ਮਰਜ਼ੀ ਨਹੀਂ ਚੱਲਣੀ, ਇੱਥੇ ਨਿਸ਼ਾਨ ਸਾਹਿਬ ਨਹੀਂ ਅਸੀਂ ਲਾਇਆ, ਇਹ ਗੁਰਦੁਆਰਾ ਥੋੜੀ ਆ ਸੰਗਤੀ, ਇਹ ਤੇ ਸਾਡੀਆਂ ਸੰਪਰਦਾਵਾਂ ਦੀਆਂ ਮਰਿਆਦਾਵਾਂ ਚੱਲਣਗੀਆਂ। ਆ ਪਿੱਛੇ ਜੇ ਨਕਾਬ ਲਾ ਦਿੱਤੇ ਸਨ ਉਹਨਾਂ ਮਹਾਂਪੁਰਖਾਂ, ਉਹਨਾਂ ਸੰਪਰਦਾਵਾਂ ਦੇ ਸਮੇਂ ਦੇ ਅੱਜ ਦੇ ਵੱਡੇ ਮੰਤਰੀ ਨੇ ਵੀ ਤੁਸੀਂ ਤੇ ਐਵੇਂ ਕਹਿੰਦੇ ਹੋ, ਇਹ ਤੇ ਸਾਡੀਆਂ ਬਣਾਏ ਸਾਡੇ ਹੀ ਪਾਲੇ ਹੋਏ ਹਿਰਨ ਆ ਜਿਹੜੇ ਤੁਹਾਡੀਆਂ ਵਿੱਚ ਜਾ ਕੇ ਰਹਿੰਦੇ ਆ ਤੇ ਤੁਹਾਨੂੰ ਚੱਕ ਲਿਆਉਂਦੇ ਆ ਤੇ ਅਸੀਂ ਤੁਹਾਡਾ ਸ਼ਿਕਾਰ ਕਰ ਲੈਂਦੇ ਆ। ਪਰ ਸਾਡਿਆਂ ਲੋਕਾਂ ਨੂੰ ਸਮਝ ਨਹੀਂ ਆਉਂਦੀ, ਛੇਤੀ ਬੜੀ ਛੇਤੀ ਭੁੱਲ ਜਾਂਦੇ, बहुत छेती भुल जाने। असं फिर कह दें, सुखमनी साहब कहते हैं ना
कि संत का निंदक मारता है। खनिया चोलियां वाले संत ही ने, सारे नहीं, बहुत चंगे भी ने, ब्रह्म ज्ञानी ने। दुनिया च मैं एक बेनती करा, संत शब्द जे किसी को कौम ने दिता ना, वो संत जरनैल सिंह जी पिंडरा वाले बस, जिन्होंने कौम ने नाम दिता है। बाकी तो मेरे वर्गे आ, कोई 108 लाई फिरदा है, कोई 1008 लाई फिरदा है। 1008 वैसे कोई डिग्री नहीं हैगी। 108 हिंदू धार्मिक ग्रंथ ने, उन्होंने वेद ने। 108 ग्रंथां का जिहड़ा पाठी बन जाए वो अपने नाम के नाल लाउंदा है। 108 पाठ मैं ग्रंथ पढ़ लए ने ते मेरी डिग्री है 108। हुण साडे वर्गे ते कहंदे जे उन्हें 1 0 लाया तो मैं 1 0 होर नाल ला के 1008 बन जाना। ते बाबा जी की करते हैं जी, ये पुत दिंदे आ जी, ये फलाने दिंदे। आप बापू ने घर नहीं वसाया, दसो। जिहड़ा आप घर वसा के नहीं बैठा वो दूजिਆਂ ਨੂੰ पुत बन रहा। हालात देखो कैसे आ। पढ़े लिखे डॉक्टर जाके उन्होंने चरणों च बहिंदे आ। खैर मेरा विषय ये नहीं। सतगुरु गुरु नानक धन गुरु तेग बहादुर साहब कहते मैं मुल खरीदनी है जगह, मुफ्त नहीं लैनी। क्यों भला, क्यों भला? साहब नूं कहंदे सनो तारा, जिहड़ा तारा चंद सी ना, धन गुरु हरगोबिंद साहब महाराज जी उसनूं ग्वालियर के किले चों रिहा करवा के नाल लैके आए सन। वो परोपकार मानदा सी गुरु हरगोबिंद साहब दा। ते धन गुरु तेग बहादुर साहब जदों कहंदे आ ना, ते वो पता की कहंदा, मैं मुफ्त दे दिंदा। साहब कहंदे नहीं, मुफ्त नहीं लैनी, तू दस मुल तय कर। 20,000 रुपये उस समय दे के साहब गुरु तेग बहादुर साहब ने जगह खरीदी ते पुत्र जी नूं सद घल्लिया। धन गुरु गोबिंद राय जी, धन माता गुजरी जी, जदों कीरतपुर साहिब की धरती तो अगे तुरे ना, जिथे अज एक गेट बनिया, जदों तुसीं आनंदपुर साहिब नूं एंटर करदे हो, गए हो आनंदपुर साहिब? माफ करना, होले महल्ले उत्ते ना किसी बच्चे को पूछिए भी तुसीं इस गुरुद्वारा साहब आनंदपुर साहब आए कित्थे हो, तो कईयां नूं ये भी नहीं पता हुंदा। उत्थे एक गेट बनिया अज, उत्थे खलोते सन धन गुरु साहब गुरु गोबिंद राय जी, माता गुजरी जी, ते वो काफला जिहड़ा अज पटना साहिब की धरती तो चल के आया। ते धन साहब श्री गुरु तेग बहादुर साहब जी ये होर समूह संगतां दे नाल जा उत्थे खलोते। अज गोबिंद राय के पैर पैण तो पहला साहब कहते आओ रल के गाइए, आनंद भया मेरी माए सतगुरु मैं पाया। अज कीरतपुर तो आनंदपुर का सफर तय करांगे। अज कीरतपुर साहिब तो आनंदपुर का सफर तय होगा। ते सतगुरु गुरु गोबिंद राय जी ने जदों उत्थे पैर रखिया ना, ते साहब गुरु तेग बहादुर साहब ने उस माखोवाल का नाम दुनिया के नक्शे ते लिया खड़ा कर दिता। कहते अज ये आनंदां दी पूरी आनंदपुरी होगी। इत्थे कीरतपुर तो अगला सफर आनंदपुर का चलूगा। आनंद का मतलब है ब्लिस, हैप्पीनेस, खुशी। मैं कई बारी कहता आनंद कारज का मतलब की है? ब्लिस यूनीअन। एक बंदा कला आनंद तो सकता, दो जुड़ के कहते यूनीअन, इकट्ठे बह के असीं सतसंगत कर सकते। साहब गुरु नानक साहब ने हर एक उपदेश दे विच, गृहस्थी जीवन दे विच होवे भावें वो आम जीवन होवे, रब नूं नंबर 1 ते रखिया। कहंदे हर वक्त तेरी सुरत विच परमात्मा चाहिदा। मैं कई बारी सोचदा सिखां ने गुरु नूं प्यार बहुत घट कीता। मेरे वर्गियां ने, जिहड़े मेरे वर्गे विहलड़े आ, माफ करना, जिहड़े लिबास पा के रखदे, चेहरा कुछ होर रखदे ने, मेरे वर्गियां ने गुरु साहब नूं समझिया नहीं ते ना समझाया। अज पता साडी केसगढ़ दे विच जिहड़ी सन लगी है ना, आ जिहड़ी केसगढ़ विच सन लगी है, किहड़ा केसगढ़ जी? आ केसां दा गढ़ जिहड़ा साडे सिर तो उतर गया ना, ये मेरे वर्गियां दे करके है। माफ करना, ये सन मेरे वर्गियां करके लगी। क्यों? क्योंकि मैं होलगढ़ नहीं समझा सकिया। होलगढ़ तो गुरु साहब ने होला महल्ला चालू किया सी। होलगढ़ साहब तो होला महल्ला चालू किया सी, ताकि होलगढ़ दे विच सिख नूं पता लगे कि कित्थे कमजोर दुश्मन किहड़ी कमजोरी फड़दा है, कित्थे दुश्मन जाके सट मारदा है, ते सिख होले महल्ले तो तैयार होवे केसगढ़ साहिब तक दे सफर दा। पर माफ करना, जिदण आ केस गढ़ सिर तो लथ गया ना, उदण आनंद नहीं जे रहना, उदण आनंद नहीं रहना, उजड़ा ना उदण उजाड़ापन जी। गुरु तो टुट के उजड़े आ, गुरु तो टुट के जुड़ नहीं सकते। खैर सतगुरु गुरु गोबिंद धन गुरु गोबिंद राय जी ने
ਅੱਜ ਅਨੰਦਪੁਰ ਦੀ ਧਰਤੀ ਉੱਤੇ ਚਰਨ ਪਾਏ ਤੇ ਸਾਹਿਬਾਂ ਨੇ ਬਾਜ ਰੱਖਿਆ, ਘੋੜੇ ਤੇ ਚੜ ਗਏ, ਰਣਜੀਤ ਨਗਾਰੇ ਦੀ ਗਰਜਾਹਟ ਵਜਾ ਦਿੱਤੀ। ਹੁਣ ਅੱਜ ਸਮਝਿਓ, ਜਿੱਦਣ ਸਤਿਗੁਰੂ ਪਾਤਸ਼ਾਹ ਜੀ ਨੇ ਰਣਜੀਤ ਨਗਾਰੇ ਤੇ ਧੌਂਸਾ ਚਲਾਇਆ ਨਾ, ਅੱਜ ਪਹਾੜੀਆਂ ਨੂੰ ਜਦੋਂ ਸਵੇਰੇ ਸਵੇਰ ਪਹਿਲੇ ਨਗਾਰੇ ਦੀ ਪਹਿਲੇ ਦਿਨ ਪਹਿਲੇ ਛਣਾ ਦੇ ਉੱਤੇ ਰਣਜੀਤ ਨਗਾਰੇ ਤੇ ਜਦੋਂ ਧੌਂਸਾ ਵੱਜਿਆ ਹੋਊਗਾ, ਤੁਸੀਂ ਇਮੈਜੀਨੇਸ਼ਨ ਕਰੋ ਖਾਂ ਕਿਤੇ ਉਹਨਾਂ ਦੀਆਂ ਕਿਤਨਾ ਰੂਹਾਂ ਤੜਫੀਆਂ ਤੇ ਕੰਬੀਆਂ ਹੋਣਗੀਆਂ ਕਿ ਇਹ ਕੌਣ ਆ ਜਿਹੜਾ ਅੱਜ ਨਗਾਰਾ ਵਜਾ ਰਿਹਾ, ਐਲਾਨ ਕਰ ਰਿਹਾ। ਨਗਾਰੇ ਦਾ ਮਤਲਬ ਪਤਾ ਕੀ ਜੀ? ਐਲਾਨ। ਰਬਾਬ ਦਾ ਮਤਲਬ ਆ ਰੱਬ ਨਾਲ ਜੁੜੇ ਹੋਏ ਦਾ, ਨਗਾਰੇ ਦਾ ਮਤਲਬ ਆ ਐਲਾਨ ਕੀਤਾ ਜਾ ਰਿਹਾ ਜਿੱਥੇ ਅਨੰਦਪੁਰ ਦੀ ਧਰਤੀ ਤੇ। ਹੁਣ ਇੱਥੇ ਆਨੰਦ ਵਰਤੇਗਾ, ਹਰ ਇੱਕ ਨੂੰ ਬਰਾਬਰ ਹੱਕ ਮਿਲੂਗਾ। ਇਹ ਐਲਾਨ ਸੀ ਰਣਜੀਤ ਨਗਾਰੇ ਦਾ। ਹੈ ਵੀ ਰਣਜੀਤ, ਜਿਹੜਾ ਰਣ ਨੂੰ ਜਿੱਤਣ ਵਾਸਤੇ ਵਜਾਇਆ ਜਾਊਗਾ। ਮਾਫ ਕਰਨਾ, ਗੁਰਦੁਆਰਿਆਂ 'ਚ ਤੇ ਨਗਾਰੇ ਹੀ ਨਹੀਂ ਵੱਜਦੇ ਹੁਣ ਤੇ ਸਾਡੇ ਇੰਨੇ ਦਿਲ ਕਮਜ਼ੋਰ ਹੋ ਗਏ ਆ, ਤੇ ਜੇ ਕਿਤੇ ਨਗਾਰਾ ਵੱਜ ਵੀ ਜਾਵੇ ਨਾ ਤੇ ਪਤਾ ਕੀ ਕਹਿਣਗੇ? ਵਾਇਲੇਸ਼ਨ ਪੈਦਾ ਹੁੰਦੀ ਹੈ, ਵਾਇਲੇਸ਼ਨ ਪੈਦਾ ਹੁੰਦੀ। ਤੇ ਜੇ ਕਿਤੇ ਕ੍ਰਾਂਤੀਕਾਰੀ ਕੋਈ ਇਕੱਠਾ ਕਰਨ ਲੱਗ ਪਵੇ ਤਾਂ ਵੀ ਅਸੀਂ ਕਹਿੰਦੇ ਹਾਂ ਵਾਇਲੇਸ਼ਨ ਹੋ ਰਹੀ ਹੈ। ਨਾ ਗੱਲ ਕਰੋ, ਸਾਡੇ ਬੱਚਿਆਂ ਲਾਗੇ ਨਾ ਗੱਲ ਕਰੋ, ਸੌਫਟ ਗੱਲ ਕਰੋ। ਕਿਵੇਂ ਜਾਗਾਂਗੇ? ਜਗਾਉਣ ਵਾਸਤੇ ਧੌਂਸੇ ਵਜਾਏ ਜਾਂਦੇ ਆ ਜੀ। ਅਸੀਂ ਸੁੱਤੇ ਪਏ ਆ ਤੇ ਨਗਾਰੇ ਤੇ ਵਜਾਉਣੇ ਪੈਣਗੇ, ਨਗਾਰਿਆਂ ਤੇ ਚੋਟਾਂ ਲਾਉਣੀਆਂ ਪੈਣਗੀਆਂ। ਤੇ ਉਸ ਦਿਨ ਪਹਾੜੀਆਂ ਵੱਲੋਂ ਪਹਿਲੀ ਚਿੱਠੀ ਆਈ, ਕੌਣ ਆ ਜਿਹੜਾ ਸਾਡੇ ਰਾਜ ਦੇ ਵਿੱਚ ਨਗਾਰਾ ਵਜਾ ਰਿਹਾ ਹੈ? ਇਹ ਸਾਡੀ ਧਰਤੀ, ਸਾਡੀ ਜ਼ਮੀਨ। ਉਸ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਜਵਾਬੀ ਚਿੱਠੀ ਭੇਜੀ, ਮੇਰੇ ਬਾਪੂ ਦੀ ਜ਼ਮੀਨ 22,000 ਦੇ ਕੇ ਜਿਹੜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਖਰੀਦੀ ਸੀ ਨਾ, ਕਹਿੰਦੇ ਮੇਰੇ ਪਿਓ ਦੀ ਜ਼ਮੀਨ ਆ, ਬਾਪੂ ਦੀ ਜ਼ਮੀਨ ਆ। ਆਪਣੇ ਬਾਪੂ ਦੀ ਜ਼ਮੀਨ ਤੇ ਮੈਂ ਘੋੜੇ ਤੇ ਚੜਾਂਗਾ, ਕਿਰਪਾਨ ਮਿਆਨ ਦੇ ਵਿੱਚ ਵੀ ਰੱਖਾਂਗਾ ਤੇ ਕੱਢ ਵੀ ਲਵਾਂਗਾ, ਤੇ ਬਾਜ ਵੀ ਮੇਰਾ ਹੁਣ ਆਕਾਸ਼ ਦੇ ਵਿੱਚ ਘੁੰਮੇਗਾ, ਨੀਲੇ ਦੀ ਹਿਣਹਣਾਟ ਵੀ ਪੂਰੀ ਚੱਲੂਗੀ, ਤੇ ਘੋੜੇ ਦੀਆਂ ਟਾਪਾਂ ਦੀ ਆਵਾਜ਼ਾਂ ਦੇ ਨਾਲ ਮੈਂ ਤੁਹਾਨੂੰ ਸੁੱਤਿਆਂ ਹੋਇਆਂ ਨੂੰ ਜਗਾਊਂਗਾ। ਉਸ ਦਿਨ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਇਹ ਐਲਾਨ ਸੀ ਨਾ, ਉਹ ਐਲਾਨ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ। ਤੇ ਕਮਾਲ ਦੀ ਇਹ ਗੱਲ ਹੋਰ ਚੇਤੇ ਰੱਖਿਓ, ਮੈਂ ਤੁਹਾਨੂੰ ਸਫ਼ਰ ਕਰਾਉਣਾ ਖਾਲਸੇ ਦੇ ਸਾਜਨਾ ਦਿਨ ਤੱਕ ਦਾ। ਅੱਜ ਜਿੰਨਾ ਕੁ ਹੋਊਗਾ ਮੈਂ ਲੈ ਕੇ ਤੁਰੂੰਗਾ ਤੁਹਾਨੂੰ। ਦੁਨੀਆ ਦੇ ਵਾਹਿਦ ਇਤਿਹਾਸ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਜੇ ਗੜ੍ਹਾਂ ਦਾ ਨਿਰਮਾਣ ਕੀਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਆਨੰਦਪੁਰ ਨੂੰ ਸਮਝਣ ਵਾਲਿਓ ਇਹ ਗੱਲ ਚੇਤੇ ਰੱਖਿਓ, ਆਨੰਦਪੁਰ 'ਚ ਗੁਰਦੁਆਰੇ ਨਹੀਂ ਗੇ। ਮਾਫੀ ਚਾਹੁੰਦਾ ਮੈਂ, ਅਸੀਂ ਗੁਰਦੁਆਰੇ ਕਹਿਣ ਲੱਗ ਪਏ। ਧੰਨ ਗੁਰੂ ਗੋਬਿੰਦ ਸਿੰਘ ਨੇ ਉੱਥੇ ਗੁਰਦੁਆਰੇ ਨਹੀਂ ਬਣਾਏ, ਗੜ੍ਹ ਬਣਾਏ ਗੁਰੂ ਸਾਹਿਬ ਨੇ। ਗੜ੍ਹ ਦਾ ਮਤਲਬ ਪਤਾ ਕੀ ਹੁੰਦਾ ਜੇ? ਕਿਲਾ। ਤੇ ਕਿਲਾ ਪਤਾ ਕੀ ਨਿਸ਼ਾਨੀ ਹੈ? ਆਪਣੀ ਆਜ਼ਾਦ ਹਸਤੀ ਦੀ, ਮੈਂ ਕਿਸੇ ਦਾ ਗੁਲਾਮ ਨਹੀਂ। ਕਿਲਾ ਕਦੀ ਵੀ ਉਹ ਨਹੀਂ ਬਣਾ ਸਕਦਾ ਜਿਹੜਾ ਗੁਲਾਮ ਹੋਵੇ। ਗੁਲਾਮਾਂ ਨੇ ਸਿਰਫ ਮੰਦਰ ਬਣਾਏ ਸਨ, ਚੇਤਾ ਰੱਖਿਓ। ਮੰਦਰ ਬਣਾਉਣ ਵਾਲਾ ਕਦੀ ਰਾਜ ਭਾਗ ਦਾ ਐਲਾਨ ਨਹੀਂ ਕਰ ਸਕਦਾ। ਰਾਜ ਭਾਗ ਦਾ ਐਲਾਨ ਉਦੋਂ ਕੀਤਾ ਜਾਂਦਾ ਹੈ ਜਦੋਂ ਤੁਸੀਂ ਗੜ੍ਹ 'ਚ ਬੈਠੇ ਹੋ। ਉਦੋਂ ਨਿਸ਼ਾਨਾ ਹੈ ਕਿਲੇ ਦਾ, ਅਸੀਂ ਆਪਣਾ ਰਾਜ ਕਾਇਮ ਕਰ ਲਿਆ ਹੈ ਤੇ ਹੁਣ ਇਹ ਖਾਲਸੇ ਦਾ ਰਾਜ ਝੂਲੂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕੀਤਾ ਭਲਾ? 5 ਕਿਲੇ ਬਣਾਏ ਆਨੰਦਗੜ੍ਹ ਦੇ ਆਲੇ ਦੁਆਲੇ, 6 ਕਿਲੇ ਬਣਾਏ ਜੇ ਚੇਤਾ ਰੱਖਿਓ। ਹੁਣ ਮੈਂ ਤੁਹਾਨੂੰ ਦੱਸਦਾ, ਸਭ ਤੋਂ ਪਹਿਲਾ ਕਿਲਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਉਹਦਾ ਨਾਮ ਸੀ ਨਿਰਮੋਹਗੜ੍ਹ। ਅੱਜ ਉਹ ਮਿਟਾ ਦਿੱਤਾ, ਉਹਦੀਆਂ ਨਿਸ਼ਾਨੀਆਂ ਨਹੀਂ ਦਿਸਦੀਆਂ। ਗੁਰਦੁਆਰੇ ਬਣਾਤੇ ਨੇ ਸੰਗੇ ਮਰਮਰ ਦੇ। ਪਹਿਲਾ ਕਿਲਾ ਸੀ ਨਿਰਮੋਹਗੜ੍ਹ, ਦੂਸਰਾ ਕਿਲਾ ਸੀ ਹੋਲਗੜ੍ਹ, ਤੀਸਰਾ ਕਿਲਾ ਸੀ ਲੋਹਗੜ੍ਹ, ਚੌਥਾ ਕਿਲਾ ਸੀ ਫਤਿਹਗੜ੍ਹ, ਪੰਜਵਾਂ ਕਿਲਾ ਸੀ ਕੇਸਗੜ੍ਹ ਤੇ ਛੇਵਾਂ ਕਿਲਾ ਸੀ ਆਨੰਦਗੜ੍ਹ ਸਨ। ਇਹਨੂੰ ਅੱਜ ਅਸੀਂ ਸਾਹਿਬ ਕਹਿੰਦੇ। ਨਿਰਮੋਹਗੜ੍ਹ ਤੋਂ ਸਫ਼ਰ ਆ ਹੋਲਗੜ੍ਹ ਦਾ, ਹੋਲਗੜ੍ਹ ਤੋਂ ਸਫ਼ਰ ਆ ਲੋਹਗੜ੍ਹ ਦਾ, ਲੋਹਗੜ੍ਹ ਤੋਂ ਸਫ਼ਰ ਆ ਫਤਿਹਗੜ੍ਹ ਦਾ, ਫਤਿਹਗੜ੍ਹ ਤੋਂ ਸਫ਼ਰ ਆ ਕੇਸਗੜ੍ਹ ਦਾ।
ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਇੱਕ ਨਿਰਮੋਹ ਤੋਂ ਲੈ ਕੇ ਕੇਸਗੜ੍ਹ ਤੱਕ ਦਾ ਸਫ਼ਰ ਤੈਅ ਕੀਤਾ ਕਿ ਜੇ ਆ ਸਿਰ ਤੇ ਕੇਸ ਚਾਹੀਦੇ ਆ ਨਾ, ਸਭ ਤੋਂ ਪਹਿਲਾਂ ਨਿਰਮੋਹ ਹੀ ਧੋਣਾ ਪਊਗਾ। ਆ ਮਾਫ ਕਰ ਦਿਓ, ਨੌਜਵਾਨ ਵੀਰ ਵਿੱਚ ਬੈਠੇ ਆ, ਕਈ ਵਾਰੀ ਮੈਂ ਕਿਸੇ ਦੀ ਇਨਸਲਟ, ਪਹਿਲੀ ਗੱਲ ਤੁਸੀਂ, ਤੁਹਾਡਾ ਇੰਡੀਵਿਜੂਅਲ ਵਿਸ਼ਾ ਹੈ, ਤੁਹਾਡੀ ਆਪਣੀ ਆਜ਼ਾਦੀ ਹੈ, ਤੁਸੀਂ ਕਿਹੋ ਜਿਹਾ ਜੀਵਨ ਲੋਚਦੇ ਹੋ, ਕਿਹੋ ਜਿਹਾ ਜਿਉਂਦੇ ਹੋ। ਮੇਰਾ ਕਿਸੇ ਨੂੰ ਇੱਥੇ ਇਹ ਕਹਿਣ ਦਾ ਮਤਲਬ ਨਹੀਂ ਕਿ ਮੈਂ ਕਿਸੇ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਤੂੰ ਕੇਸ ਰੱਖੇ ਆ ਤੇ ਕਿਉਂ ਨਹੀਂ ਰੱਖੇ, ਇਹ ਮੇਰਾ ਵਿਸ਼ਾ ਨਹੀਂ, ਮਾਫ ਕਰਨਾ। ਮੇਰਾ ਇੱਕ ਪ੍ਰਚਾਰਕ ਹੋਣ ਦੇ ਨਾਤੇ ਵਿਸ਼ਾ ਹੈ ਕਿ ਜਿਹੜੀ ਵੀ ਗੱਲ ਇੱਥੇ ਕਰਾਂ ਗੁਰਮਤਿ ਦੀ ਕਰਾਂ ਤੇ ਸੰਦੇਸ਼ ਦੇਵਾਂ, ਸੁਨੇਹਾ ਦੇਵਾਂ ਸਿੱਖੀ ਦਾ, ਤਾਂ ਕਿ ਸ਼ਾਇਦ ਕਿਸੇ ਦਾ ਦਰਵਾਜ਼ਾ ਖੁੱਲ ਜਾਵੇ। ਇੱਥੇ ਕਿਸੇ ਭੈਣ ਬਾਬਤ ਕੋਈ ਗੱਲ ਨਹੀਂ, ਨਾ ਕਿਸੇ ਨੂੰ ਕੋਈ ਇਹ ਐਂਬੈਰਸਮੈਂਟ ਫੀਲ ਕਰਾਈ, ਕਿਸੇ ਨੂੰ ਐਂਬੈਰਸ ਫੀਲ ਕਰਾਇਆ ਜਾ ਰਿਹਾ ਹੈ ਵੀ ਤੂੰ ਗਲਤ ਕਰਕੇ ਬੈਠਾ ਹੈ। ਆਪਣੀ ਹਰ ਇੱਕ ਦੀ ਇੰਡੀਵਿਜੂਅਲ ਲਾਈਫ ਹੈ, ਉਹ ਕਿਵੇਂ ਜਿਉਂਦਾ। ਪਰ ਇੱਕ ਸਿੱਖ ਹੋਣ ਦੇ ਨਾਤੇ ਸਾਡੇ ਸਤਿਗੁਰਾਂ ਨੇ ਜੋ ਸਾਡੇ ਵਾਸਤੇ ਕੀਤਾ ਹੈ ਉਹ ਦੱਸਣਾ ਮੇਰਾ ਜ਼ਰੂਰੀ ਫਰਜ਼ ਹੈ। ਸਤਿਗੁਰੂ ਗੁਰਦੇਵ ਜੀ ਮਹਾਰਾਜ ਨੇ ਪਹਿਲਾ ਕਿਲ੍ਹਾ ਨਿਰਮੋਹਗੜ੍ਹ ਬਣਾਇਆ। ਨਿਰਮੋਹਗੜ੍ਹ ਪਤਾ ਕਿਉਂ ਬਣਾਇਆ? ਕਿਉਂਕਿ ਆਨੰਦਗੜ੍ਹ ਦੇ ਸਫ਼ਰ ਤੱਕ ਪਹੁੰਚਣ ਵਾਸਤੇ ਪਹਿਲਾਂ ਜੀਵਨ ਦੇ ਵਿੱਚੋਂ ਮੋਹ ਰਹਿਤ ਹੋਣਾ ਚਾਹੀਦਾ ਹੈ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਬੜੇ ਵੱਡੇ ਵੱਡੇ ਰਾਜੇ ਦੁਨੀਆ 'ਚ ਹੋਏ, ਪਰ ਮੋਹ ਦੀ ਪਕੜ ਦੇ ਵਿੱਚ ਆ ਕੇ ਉਹਨਾਂ ਨੇ ਉਹ ਕਮਜ਼ੋਰੀਆਂ ਆਪਣੇ ਜੀਵਨ ਵਿੱਚ ਧਾਰਨ ਕਰ ਲਈਆਂ, ਉਹ ਲੋਕਾਂ ਨੂੰ ਨਿਆਂ ਨਾ ਦਿਵਾ ਸਕੇ। ਕਿਉਂਕਿ ਮੋਹ ਇੱਕ ਐਸੀ ਜਕੜ ਜੂੜ ਹੈ ਜਿਹੜੀ ਬੰਦੇ ਦੇ ਫੈਸਲਿਆਂ ਦੇ ਉੱਤੇ ਕਮਜ਼ੋਰੀ ਦੀ ਮੋਹਰ ਲਾ ਦਿੰਦੀ ਹੈ। ਆ ਬੜੇ ਵੱਡੇ ਵੱਡੇ ਅੱਜ ਵੀ ਨੇ, ਕਈ ਇਹੋ ਜਿਹੇ ਨੇ ਜਿਹੜੇ ਮੋਹ ਦੀਆਂ ਬੇੜੀਆਂ ਦੇ ਵਿੱਚ ਸਵਾਰ ਹੋ ਕੇ ਕੌਮਾਂ ਦੀ ਤਬਾਹੀ ਕਰਕੇ ਰੱਖ ਦਿੱਤੀ ਉਹਨਾਂ ਨੇ, ਜਿਹੜੇ ਆਪਣੇ ਪੁੱਤਰ ਮੋਹ ਵਿੱਚ ਐਸੇ ਫਸੇ ਨੇ ਕਿ ਅੱਜ ਤੱਕ ਤੁਸੀਂ ਦੇਖ ਲਓ, ਅੱਜ ਦੀ ਉਦਾਹਰਨ ਆ ਕਿ ਇੱਕ ਪੁੱਤਰ ਮੋਹ ਦੇ ਵਿੱਚ ਜੀਵਨ ਜਿਉਣ ਵਾਲਾ ਮਨੁੱਖ ਕਿੱਥੋਂ ਤੁਰਿਆ ਜਿਹੜਾ ਕਦੀ ਹਾਰਿਆ ਨਹੀਂ ਸੀ। ਪੁੱਤਰ ਮੋਹ ਦੇ ਜੀਵਨ ਜਿਉਂਦਿਆਂ ਜਿਉਂਦਿਆਂ ਅੱਜ ਇਹੋ ਜਿਹਾ ਹੋ ਗਿਆ ਕਿ ਸਰਪੰਚੀ ਦੀ ਇਲੈਕਸ਼ਨ 'ਚ ਵੀ ਨਹੀਂ ਖੜ ਸਕਦਾ ਅਗਲੀ ਵਾਰੀ। ਮੋਹ ਦੀ ਨਿਸ਼ਾਨੀ ਨੇ। ਸਤਿਗੁਰੂ ਗੁਰਦੇਵ ਜੀ ਮਹਾਰਾਜ ਨੇ ਸਿੱਖ ਦੇ ਜੀਵਨ ਦੇ ਵਿੱਚ ਪਹਿਲਾ ਕਿਲ੍ਹਾ ਬਣਾਇਆ ਨਿਰਮੋਹ। ਕਹਿੰਦੇ ਮੇਰਾ ਸਿੱਖ ਹਮੇਸ਼ਾ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਝਾਇਆ, ਸਾਨੂੰ ਰਹਿਰਾਸ ਸਾਹਿਬ ਵਿੱਚ ਗੁਰੂ ਜੀ ਕਹਿੰਦੇ ਨੇ, ਕਹਿੰਦੇ ਇਹ ਬੰਦਿਆ ਮੈਂ ਤੈਨੂੰ ਸਮਝਾਉਣਾ ਚਾਹੁੰਦਾ, ਆ ਜੋ ਕੁਝ ਤੂੰ ਇਕੱਠਾ ਕਰ ਰਿਹਾ ਨਾ, ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿਉਂ ਲਿਖਿਆ ਭਲਾ ਗੱਲ ਹੈ? ਕਦੀ ਸਮਝੀ ਕਦੀ ਗੱਲ? ਰਹਿਰਾਸ ਸਾਹਿਬ ਚ ਗੁਰੂ ਜੀ ਕਹਿੰਦੇ ਤੈਨੂੰ ਜਨਮ ਮਿਲਿਆ ਰੱਬ ਨੂੰ ਮਿਲਣ ਵਾਸਤੇ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਰੱਬ ਨੂੰ ਮਿਲਣ ਵਾਲਿਆਂ ਦਾ ਜਿਹੜਾ ਸਫ਼ਰ ਆ ਨਾ, ਉਹ ਦੂਸਰਿਆਂ ਦਾ ਦੁੱਖ ਦਰਦ ਵੰਡਾ ਕੇ ਤੁਰਦੇ ਆ, ਇਕੱਲੇ ਨਹੀਂ ਤੁਰਦੇ। ਜਿਹੜੇ ਰੱਬ ਘਰ ਪਹੁੰਚਣ ਵਾਲੇ ਲੋਕ ਆ ਨਾ, ਉਹ ਦੂਸਰੇ ਤੇ ਅਤਿਆਚਾਰ ਨਹੀਂ ਕਰਦੇ, ਕਿਸੇ ਦਾ ਹੱਕ ਨਹੀਂ ਮਾਰਦੇ, ਕਿਸੇ ਦੇ ਨਾਲ ਧੱਕਾ ਨਹੀਂ ਕਰਦੇ, ਬੇਈਮਾਨੀ ਨਹੀਂ ਕਰਦੇ। ਕਿਉਂਕਿ ਉਹਨਾਂ ਦੀ ਸੁਰਤ ਵਿੱਚ ਇਹ ਹੈ ਕਿ ਰੱਬ ਸਾਨੂੰ ਵੇਖਦਾ ਹੈ। ਇਸੇ ਕਰਕੇ ਗੁਰੂ ਜੀ ਨੇ ਪਹਿਲੀ ਗੱਲ ਕਹੀ, ਕਹਿੰਦੇ ਤੈਨੂੰ ਰੱਬ ਚੇਤੇ ਰਹਿਣਾ ਚਾਹੀਦਾ। ਨਿਰਮੋਹਗੜ੍ਹ, ਜਦੋਂ ਸਿੱਖ ਨਿਰਮੋਹਗੜ੍ਹ ਦੇ ਵਿੱਚ ਪੈਰ ਰੱਖਦਾ ਹੈ, ਫਿਰ ਹੌਲੀ ਹੌਲੀ ਮੋਹ ਦੀਆਂ ਜੰਜੀਰਾਂ ਟੁੱਟਦੀਆਂ। ਪਿਛਲਾ ਦਿਨ ਲੰਘਿਆ, 2 ਦਿਨ ਪਹਿਲਾਂ ਅਸੀਂ ਅਰਦਾਸ ਦੇ ਵਿੱਚ ਨਾ ਇੱਕ ਮੰਗ ਮੰਗਦੇ ਹਾਂ। ਕਈ ਵਾਰੀ ਮੈਂ ਗੱਲ ਕਹਿਣਾ ਤੇ ਮੇਰੇ ਵਰਗੇ, ਮੈਂ ਵੀ ਵਿੱਚ ਹੀ ਹਾਂ, ਗੁੱਸਾ ਮੰਨ ਜਾਂਦੇ ਹਾਂ ਅਸੀਂ ਕਿ ਗੁਰਦੁਆਰਿਆਂ ਦੀ ਜਿਹੜੀ ਮਹੱਤਤਾ ਹੈ ਉਹ ਦੱਸ ਨਹੀਂ ਪਾਏ, ਮਾਫ ਕਰਨਾ। ਅਸੀਂ ਬਹੁਤਾਤ ਗੁਰਦੁਆਰੇ ਇੰਜ ਬਣਾ ਲਏ ਆ ਕਿ ਖਨੀਏ ਸੁਖਣਾਵਾਂ ਸੁਖਣ ਦੇ ਕੇਂਦਰ ਨੇ। ਇਹੀ ਆ ਨਾ ਵੀ ਮੈਂ ਸੁੱਖ ਲਿਆ, ਮੈਨੂੰ ਪਹਿਲਾਂ ਮੇਰੇ ਮੁੰਡੇ ਨੂੰ ਪੁੱਤਰ ਦਿਓ, ਪਹਿਲਾਂ ਮੈਨੂੰ ਪੁੱਤਰ ਦਿਓ, ਫਿਰ ਮੇਰੇ ਮੁੰਡੇ ਨੂੰ ਪੁੱਤਰ ਦਿਓ, ਫਿਰ ਮੇਰੇ ਪੋਤਰੇ ਨੂੰ ਵੀ ਪੁੱਤਰ ਦਿਓ। ਇਹੀ ਮੰਗ ਰਹੇ। ਪਹਿਲਾਂ ਮੇਰੇ ਮੁੰਡੇ ਨੂੰ ਤਰੱਕੀ, ਪਹਿਲਾਂ ਮੈਨੂੰ ਮੇਰੇ ਘਰ ਵਾਲੇ ਨੂੰ ਤਰੱਕੀ ਦਿਓ, ਫਿਰ ਮੇਰੇ ਮੁੰਡੇ ਨੂੰ ਤਰੱਕੀ ਦਿਓ, ਫਿਰ ਮੇਰੇ ਮੁੰਡੇ ਦੇ ਮੁੰਡੇ ਨੂੰ ਤਰੱਕੀ ਦਿਓ। ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਉਹ ਤੇ ਅੰਤਰਜਾਮੀ ਕੀ ਆ ਗੁਰੂ ਜੀ? ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ। ਮੰਗ ਤਾਂ ਸਹੀ, ਮਿਲ ਜੂ ਤੈਨੂੰ ਸਭ ਕੁਝ, ਪਰ ਆ ਕਿਉਂ ਵੰਡ ਪਾਉਣਾ ਹੈ ਕਿ ਮੈਨੂੰ ਮੈਨੂੰ ਫੀਮੇਲ ਨਹੀਂ ਚਾਹੀਦਾ, ਮੈਨੂੰ ਮੇਲ ਚਾਹੀਦਾ। ਇਹ ਗੁਰੂ ਕਰੂਗਾ? ਫਿਰ ਮੇਰੇ ਵਰਗਾ ਕਹਿੰਦਾ ਮੈਂ ਕਰਦਾ ਨਾ ਅਰਦਾਸ। ਧੰਨ ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਮੇਰਾ ਪਤਾ ਕੀ ਫਰਜ਼ ਸੀ ਗ੍ਰੰਥੀ ਦਾ, ਮੇਰੇ ਵਰਗੇ ਪ੍ਰਚਾਰਕ ਦਾ। ਕੋਈ ਭੈਣ ਆਉਂਦੀ, ਕੋਈ ਵੀਰ ਆਉਂਦਾ ਨਾ, ਕਹਿੰਦਾ ਜੀ ਮੈਂ ਅਰਦਾਸ ਕਰਨੀ। ਮੈਂ ਕਹਿੰਦਾ ਭੈਣ ਜੀ ਤੁਸੀਂ ਖਲੋਵੋ ਸਾਹਿਬ ਦੇ ਅੱਗੇ, ਤੁਹਾਨੂੰ ਨਹੀਂ ਕਰਨੀ ਆਉਂਦੀ, ਮੈਂ ਤੁਹਾਡੇ ਲਾਗੇ ਖੜ ਜਾਣਾ, ਪਰ ਅਰਜੀ ਆਪਣੀ ਆਪ ਗੁਰੂ ਨੂੰ ਦਿਓ, ਮੈਂ ਤੁਹਾਡਾ ਵਿੱਚ ਵਿਚੋਲਾ ਨਹੀਂ। ਮੇਰਾ ਸਿਰਫ ਇੰਨਾ ਕੰਮ ਆ ਤੁਹਾਨੂੰ ਦੱਸਣਾ ਕਿ ਇੱਥੇ ਖਲੋ ਜਾਓ ਗੁਰੂ ਲਾਗੇ। ਆ ਬਾਪੂ ਓਨਾ ਹੀ ਮੇਰਾ ਓਨਾ ਹੀ ਤੁਹਾਡਾ ਵਾ।
जिन्ने प्यार ना तुसी बापू को मंगना ना, शायद मेरे वर्गा तुहाडे 5-10 डॉलर करके वो मंग ना सके। तुसीं मैनू देण दी बजाय गुरु दे अगे रखो ते अरदास करो, सच्चे पातशाह रहमत कर, मैनू आ दात दे दे। ते फिर गुरु जी पता की कहते थे, जदों अरदास करेगी ना, पहले बंद तो चालू करेगी, प्रथम भगवती सिमर कै गुरु नानक लई ते आए, करदियां करदियां जाके जदों तू इस बंद ते पहुंचेगी ना, सिखां नूं सिखी दान। कैसा बंद लिखिया है ना। जे मेरे वर्गा लालच हो के मोह दा मारिया इत्थे आके खड़ भी जावे कि मैं मोह दा मारिया वा जी, मैनू आ चाहिदा ओ चाहिदा, धन सदके जावां अपने बजुर्गां ते जिन्हां ने ये अरदास ते बंद मेरे वर्गियां वास्ते बना दिते कि जदों मैं इत्थे खलो के मंगण लगा ना, पहली पता मंग की मंगा, सिखां नूं सिखी दा। मेरे पोतरे नूं, मेरी धी नूं, मेरे पुत्र नूं, मेरे जवाई नूं, मेरे घर दे सारे परिवार नूं पहले नंबर ते मैं मंगदी हाँ, ये मंगदा है सिखां नूं सिखी दा। फिर साहब कहते होर तुर पईए आपां, हुण दूजी बीबा फिर होर गल कर लैने, होर की चाहिदा है, केस दान। तीजी गल कहते रहत दान। चौथी गल विसाह दान, भरोसा दान, दाना सरदान, नाम दान। ये मंगा मंगण तो बाद फिर पिछे मंग रह की जाती है, दसो रह जाती कोई? साहिबां ने कैसा जदों अरदास करते हैं ना, आ मैं बेनती कर लगा सी, परसों का दिन लंघिया एक ऐसे 2 प्यो पुत्रां दा जिहड़े इतिहास के पन्नियां दे विच गवाच के रख दिते। असीं सिखां ने इतिहास बहुत बनाया, पर सिखां दे इतिहास नूं मेरे वर्गियां ने विगाड़ दिता। 2 प्यो पुत शाहबाज सिंह ते सुबेग सिंह, सुबेग सिंह ते शाहबाज सिंह प्यो पुत, जिन्हां बाबत आपां कहंदे जिन्हां नूं चरखड़ियां ते चाढ़िया। चरखड़ी समझदे हो? एक बन्ने गोल राउंड सर्कल चक्कर हुंदा है, ਉਹਦੇ ਉੱਪਰ ਦੰਦੇ ਲੱਗੇ ਹੁੰਦੇ ਨੇ ਆਰੀਆਂ ਵਾਂਗੂ। ਇੱਕ ਬਿਲਕੁਲ ਪਲੇਨ ਹੁੰਦਾ ਹੈ, ਪਲੇਨ ਦੇ ਉੱਪਰ ਬੰਦੇ ਨੂੰ ਬੰਨ ਦਿੰਦੇ ਨੇ, ਦੋਵਾਂ ਨੂੰ ਰਾਊਟਰ ਕੀਤਾ ਚਲਾਇਆ ਜਾਂਦਾ ਹੈ ਤੇ ਜਿਹੜੀਆਂ ਉਹ ਰੰਬੀਆਂ ਅੱਗੇ ਹੁੰਦੀਆਂ ਉਹ ਬੰਦੇ ਦੇ ਜਿਸਮ ਦੇ ਵਿੱਚੋਂ ਖੁੱਭਦੀਆਂ ਨੇ, ਉਹਨੂੰ ਕਹਿੰਦੇ ਚਰਖੜੀ। ਗੁਨਾਹ ਕੀ ਹੈ ਹੁਣ? ਇਹਨਾਂ ਦਾ ਗੁਨਾਹ ਕੀ ਹੈ ਵੀ ਜਿਹੜੀ ਐਡੀ ਵੱਡੀ ਸਜ਼ਾ ਇਹਨਾਂ ਵਾਸਤੇ ਨੀਅਤ ਕਰ ਦਿੱਤੀ ਗਈ ਹੈ ਕਿ ਤੁਹਾਨੂੰ ਚਰਖੜੀ ਤੇ ਚਾੜ ਦੇਵਾਂਗੇ। ਅੱਜ ਦੀ ਡੇਟ ਤੇ ਜੇ ਸਮਝੋਗੇ ਨਾ तो शायद किते सानू समझ आ जाए। शाहबाज सिंह बड़ा प्यारा साहिबजादा है, सुबेग सिंह जी का बड़ा आलम फाजल विद्वान आ, बड़िया भाषावां का ज्ञान आ, शाही नौकरी करता है। अज काजी ये उपर मोहित हो जाता है। काजी कहता है मेरा दमाद शाहबाज सिंह वर्गा चाहिए। शाहबाज सिंह नूं बुलाउंदा है, कहता मैं चाहुंदा मैं अपनी धी का विआह तेरे नाल कर देवां, मैं अपनी बच्ची का विआह तेरे नाल कर देवां, तू बड़ा विद्वान आ। पता शाहबाज सिंह का जवाब सुने, आ किते अज मेरियां बच्चियां नूं समझ आ जाए। अज ना सवेरे मैं गल कर रहा सी, अज सब कुछ बदल गया। अज की डेट च डिमांडां बदल गईयां, बहुत घट आवाज़ां कन्नां च पैंदियां ने जदों कोई ये आखे कि मैनूं साबर सूरत अमृतधारी गुरसिख चाहिए अपने आनंद कारज वास्ते। बहुत घट है, माफ़ करना, खत्म हो गई हुण आवाज़ गलियारियां दे विचों। ये आवाज़ां हुण हौली हौली आउणियां बंद हो गईयां ने। ये आउणियां धीआं वल्लों चाहीदियां सी ते ये बंद हो गईयां, खिमा करना। खैर शाहबाज सिंह नूं पुछया गया कि तैनूं मैं अपनी धी दा डोला दूंगा। पता शाहबाज सिंह की कहंदे? कहंदे मैं तेरी इस ऑफर का सत्कार करदा, पर मेरे खून दे विच मेरे गुरु नानक दा खून, मेरियां जड़ां गुरु गोबिंद सिंह दे नाल जुड़ियां वा। मैं तेरा सत्कार करदा, पर मैं अपना सिੱਖੀ जीवन नहीं त्याग सकता। मेरा नानक मेरा घर, मेरा बापू आ बैठा, वो मेरे वास्ते नियत करूगा कि मेरा जीवन किहदे नाल जुड़ना चाहिए। वो कहंदा तू मेरी गल मनदा नहीं? वो कहंदे मैं ये गल कदी भी कबूल नहीं करता। ਇਹਦੇ बाप नूं सुबेग सिंह जी उन्हां नूं बुलाया गया भी तैनूं नहीं डर लगता? एडी वड्डी सरकार आ तेरे, जिहदे नाल तुसीं मत्था लैण लगे हो, शाही काम करदे हो, नौकरियां करदे हो, कुर्सियां दे उत्ते राज करदे हो, अपना पुत मेरी धी नाल विआह दे ते राज करो सारी जिंदगी। है तो गल कोई औखी नहीं ना। अज किन्ने ने जिहड़े मेरे वर्गे सिੱਖੀ नूं वेच के पग्गां सिरां दीआं बन के, कल परसों की गल आ, नवां जिहड़ा अज स्पीकर चुनिया गया विधान सभा का, गां की पूछ दे नाल आशीर्वाद लैंदा देखिया गया। दसो
ਹੱਦ ਹੋ ਗਈ ਆ। ਪੱਗ ਕਿਤੇ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛ ਕੇ ਵੇਖੋ ਇਸ ਪੱਗ ਦਾ ਮੁੱਲ। ਕੋਹੀਨੂਰ ਹੀਰਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਨਾ, ਤੇ ਸਿੱਖਾਂ ਨੇ ਆਖਿਆ ਇਹਨੂੰ ਪੱਗ ਤੇ ਬੰਨ ਲਾ। ਇਹ ਪੱਗ ਦਾ ਤਾਜ ਆ, ਪਤਾ ਲੱਗਣਾ ਚਾਹੀਦਾ ਪੰਜਾਬੀਆਂ ਸਿੱਖਾਂ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਕੋਹੀਨੂਰ ਹੀਰਾ ਸਿੱਖ ਦੇ ਸਿਰ ਦਸਤਾਰ ਤੇ ਹੋਵੇ, ਤੇ ਮਹਾਰਾਜਾ ਰਣਜੀਤ ਸਿੰਘ ਨੇ ਡੌਲੇ ਨਾਲ ਬੰਨ ਲਿਆ, ਪੱਗ ਤੇ ਨਾ ਬੰਨੇ। ਗੋਰੇ ਮਿਲਣ ਆਏ ਮਹਾਰਾਜਾ ਰਣਜੀਤ ਸਿੰਘ ਨੂੰ, ਉਹਨੇ ਡੌਲੇ ਦੇ ਉੱਤੇ ਕੋਹੀਨੂਰ ਹੀਰਾ ਵੱਜਿਆ ਵੇਖਿਆ, ਤੇ ਉਹ ਜਾ ਕੇ ਬਾਹਰ ਗੱਲ ਕਰਦੇ ਆ, ਕੈਸਾ ਰਾਜਾ ਤੁਹਾਡਾ। ਲੋਕੀ ਤੇ ਤਖਤਾਂ ਦੇ ਉੱਤੇ ਬਹਿਣ ਵਾਲੇ ਆਪਣੀਆਂ ਤਾਜਾਂ ਦੇ ਵਿੱਚ ਹੀਰੇ ਜੜਦੇ ਆ, ਉਹ ਡੌਲਿਆਂ ਤੇ ਲਾ ਕੇ ਬੈਠਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜਾਓ ਜਾ ਕੇ ਕਹਿ ਦਿਓ ਗੋਰਿਆਂ ਨੂੰ, ਹੀਰਾ ਕੀਮਤੀ ਹੈ, ਇੰਨਾ ਵੀ ਕੀਮਤੀ ਨਹੀਂ ਕਿ ਮੈਂ ਆਪਣੇ ਗੁਰੂ ਦੀ ਪੱਗ ਦੇ ਉੱਤੇ ਰੱਖ ਸਕਾਂ। ਸੋਚੋ ਖਾਂ ਪੱਗ ਬੰਨਣ ਵਾਲਿਓ, ਆ ਪੱਗਾਂ ਦੇ ਥੱਲੇ ਜਿਹੜੇ ਸਿਰ ਆ ਨਾ ਬੜੇ ਵਿਕੇ ਹੋਏ, ਈਰਖਾ ਨਫ਼ਰਤ ਨਾਲ। ਮੈਂ ਕਹਿੰਦਾ ਜਿਹੜਾ ਪੱਗ ਧਾਰੀ ਜਿਹਨੇ ਸਿਰ ਤੇ ਪੱਗ ਰੱਖੀ ਆ ਨਾ, ਈਰਖਾ ਕਿਸੇ ਨਾਲ ਕਰਨ ਵਾਸਤੇ, ਕਿਸੇ ਦੇ ਨਾਲ ਮਾੜਾ ਬਹੁਤ 100 ਵਾਰੀ ਉਹਨੂੰ ਸੋਚਣਾ ਚਾਹੀਦਾ ਹੈ। ਆ ਮੈਂ ਪੱਗ ਜਿਹੜੀ ਸਿਰ ਤੇ ਰੱਖੀ ਆ ਨਾ, ਮੇਰੇ ਹੁਣੇ ਸ਼ਬਦ ਪਹਿਲਾਂ ਰਾਗੀਆਂ ਨੇ ਪੜ੍ਹਿਆ ਸੀ ਗੁਰੂ ਘਰਦਿਆਂ ਨੇ, ਕਿ ਮੂੰਹ ਤੋਂ ਜਿਹੜੇ ਬੋਲ ਨੇ ਨਾ ਗੁਰਸਿੱਖ ਦੇ ਉਹ ਮਿੱਠੇ ਹੋਣੇ ਚਾਹੀਦੇ। ਪਰ ਮਾਫ ਕਿਤੇ ਵਿਚਾਰੋ ਖਾ ਪੱਗ ਦੇ ਥੱਲੇ ਜਿਹੜੀ ਸਾਡੀ ਨਫ਼ਰਤ ਬੈਠੀ ਹੈ, ਕਿ ਇਹ ਸਿੱਖ ਤੇ ਸਾਡੇ ਸਿਰ ਤੇ ਸ਼ੋਭਦੀ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਕੋਹੀਨੂਰ ਮਹਿੰਗਾ ਜ਼ਰੂਰ ਹੈ, ਪਰ ਇੰਨਾ ਵੀ ਮਹਿੰਗਾ ਨਹੀਂ ਕਿ ਮੈਂ ਆਪਣੀ ਗੁਰੂ ਦੀ ਦਿੱਤੀ ਪੱਗ ਦੇ ਉੱਤੇ ਰੱਖ ਸਕਾਂ। ਇਹ ਡੌਲਿਆਂ ਨਾਲ ਬੰਨੇ ਹੈ, ਕਿਉਂਕਿ ਜਿਹਦੇ ਡੌਲਿਆਂ 'ਚ ਦਮ ਆ ਨਾ, ਉਹ ਕਈ ਨੂਰ ਹੀਰੇ ਜਿੱਤ ਸਕਦੇ ਆ। ਇਹ ਮਹਾਰਾਜਾ ਰਣਜੀਤ ਸਿੰਘ ਦਾ ਡੌਲਾ ਫਰਕਦਾ ਜਦੋਂ, ਉਦੋਂ ਕਈ ਹੀਰੇ ਕੋਹੀਨੂਰ ਵਰਗੇ ਮੈਂ ਆਪਣੇ ਗੁਰੂ ਦੇ ਚਰਨਾਂ 'ਚ ਚੜਾ ਦੇਵਾਂਗਾ। ਜਦੋਂ ਡੌਲਿਆਂ ਤੇ ਹੀਰੇ ਵੱਜੇ ਹੋਣ, ਪਰ ਹੱਦ ਬੰਨਾ ਵਧਾਉਣ ਦੇ ਵਿੱਚ ਬਹਾਦਰ ਸੂਰਮੇ ਅੱਗੇ ਲੰਘ ਜਾਂਦੇ ਆ। ਗੋਰਿਆਂ ਨੂੰ ਨੀਂਦ ਨਹੀਂ ਸੀ ਆਈ ਉਦਣ, ਕਿਉਂਕਿ ਉਹ ਉਦਣ ਹੈਰਾਨ ਹੋ ਗਿਆ ਸੀ ਕਿ ਇਹਨਾਂ ਨੂੰ ਕੋਈ ਨਹੀਂ ਖਰੀਦ ਸਕਦਾ, ਸਿੱਖਾਂ ਨੂੰ। ਇਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਹੀ ਵੇਖਾਂਗੇ, ਇਹ ਵਿਕਾਊ ਨਹੀਂ, ਇਹ ਵਿਕਦੇ ਨਹੀਂ। ਤੇ ਮਾਫ ਕਰਨਾ, ਅੱਜ ਨਿਰਮੋਹਗੜ੍ਹ ਦੇ ਵਿੱਚ ਰਹਿਣ ਵਾਲਿਓ, ਤੁਹਾਨੂੰ ਨਿਰਮੋਹਗੜ੍ਹ ਤੋਂ ਕੱਢ ਕੇ ਮੋਹ ਦੀਆਂ ਬੇੜੀਆਂ ਐਸੀਆਂ ਪਾ ਦਿੱਤੀਆਂ ਨੇ ਕਿ ਅੱਜ ਅਸੀਂ ਆਪਣੀ ਸਿੱਖੀ ਦਾ ਮੁੱਲ ਲਾ ਦਿੱਤਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀਆਂ ਵਿਚਾਰਾਂ ਆਪਾਂ ਨੀਅਤ ਕਰਾਂਗੇ। ਅੱਜ ਆਪਾਂ ਨਿਰਮੋਹਗੜ੍ਹ ਦੇ ਸਫ਼ਰ ਤੱਕ ਪਹੁੰਚੇ ਹਾਂ। ਅਗਲੇ ਹਫ਼ਤੇ ਲੋਹਗੜ੍ਹ, ਹੋਲਗੜ੍ਹ, ਆਉਣ ਵਾਲੇ ਦਿਨਾਂ 'ਚ ਆਪਾਂ ਖਾਲਸੇ ਦੇ ਉਸ ਕੇਸਗੜ੍ਹ ਸਾਹਿਬ ਤੱਕ ਪਹੁੰਚਣਾ ਹੈ, ਜਿੱਥੇ ਗੁਰੂ ਜੀ ਨੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਆਖਿਆ ਸੀ, ਮੈਨੂੰ ਇੱਕ ਸਿਰ ਚਾਹੀਦਾ ਹੈ। ਉਹ ਸਿਰ ਕਿਹਦਾ ਉੱਠਦਾ ਹੈ ਤੇ ਕਿਵੇਂ ਬਣਦਾ ਹੈ, ਇਹ ਆਉਣ ਵਾਲੇ ਦਿਨਾਂ 'ਚ ਆਪਾਂ ਵਿਚਾਰ ਕਰਾਂਗੇ। ਮੇਰੇ ਖੱਤੇ ਮੇਰੀ ਝੋਲੀ ਪਾ ਦਿਓ।